ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ, ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਪਿਆਰੇ ਨੂੰ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਪਿਆਰੇ ਨੂੰ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਪਿਆਰੇ ਨੂੰ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ। ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਿਆਈਆਂ ਦੇ ਉੱਡਣਾ, ਨਾਗ ਨਿਵਾਸਾਂ ਦੇ ਰਹਿਣਾ, ਯਾਰੜੇ ਦਾ ਸਾਨੂੰ ਸਥਰ ਚੰਗਾ, ਪਾਠੀ ਖੇੜਿਆਂ ਦਾ ਰਹਿਣਾ। ਮਿੱਤਰ ਪਿਆਰੇ ਨੂੰ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਪਿਆਰੇ ਨੂੰ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ। ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਮੁਰੀਦਾਂ ਦਾ ਕਹਿਣਾ, ਹਾਲ 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 ਮੁਰੀਦਾਂ ਦਾ ਕਹਿਣਾ। ਪਿਆਰੇ ਨੂੰ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਪਿਆਰੇ ਨੂੰ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਪਿਆਰੇ ਨੂੰ ਕਹਿਣਾ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ, ਜਿੱਥੇ ਆਪ ਜੀ ਮਾਈ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓਂ ਗੁਰਚਰਨਾਂ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੀਆਂ
ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਗੁਰੂ ਚਰਨਾਂ ਵਿੱਚ ਲਗਾ ਕੇ ਸਫਲੀਆਂ ਕਰਨ ਦੀ ਖੇਚ ਲੈ ਜਾਣੀ ਕਿਰਪਾਲਤਾ ਕਰ। ਸਾਧ ਸੰਗਤ ਜੀ, ਕੱਲ੍ਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋਤੀ ਗੁਰਤਾ ਗੁਰਗੱਦੀ ਦਿਵਸ ਸੀ, ਪਰ ਅੱਜ 10ਵੇਂ ਪਾਤਸ਼ਾਹ ਦਾ ਇੱਕ ਦਿਨ ਬਾਅਦ ਗੁਰੂ ਸਾਹਿਬ ਦਾ ਸੱਚਖੰਡ ਨੂੰ ਜਾਣਾ ਹੈ। ਆਪਣੀ 40 ਸਾਲ 11 ਮਹੀਨੇ 24 ਦਿਨ ਦੀ ਸਰੀਰਕ ਯਾਤਰਾ ਇਸ ਮਾਤ ਲੋਕ ਦੀ ਧਰਤੀ 'ਤੇ ਕਰਦੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਊ ਗਰੀਬ ਦੀ ਰੱਖਿਆ ਲਈ ਸਾਰਾ ਸਰਬੰਸ ਵਾਰ ਕੇ ਰੱਖ ਦਿੱਤਾ। ਆਖਰ ਸੱਚਖੰਡ ਨੰਦੇੜ ਦੀ ਧਰਤੀ 'ਤੇ ਪੁੱਜੇ, ਜਿਸ ਨੂੰ ਅਸੀਂ ਸੱਚਖੰਡ ਹਜ਼ੂਰ ਸਾਹਿਬ ਵੀ ਕਹਿੰਦੇ ਹਾਂ। ਇੱਥੇ ਮਹਾਰਾਜ ਨੇ ਬੜੇ ਬੜੇ ਕੌਤਕ ਕੀਤੇ, ਇੱਥੇ ਵੀ ਬੜੇ ਜੰਗ ਲੜੇ ਨੇ, ਪਰ ਵੇਖਣ ਵਾਲੀ ਗੱਲ ਸੀ ਕਿ ਇੱਥੇ ਜਦੋਂ ਵੀ ਮਹਾਰਾਜ ਕੋਈ ਬਚਨ ਕਰਦੇ ਨੇ ਤੇ ਭਾਈ ਦਇਆ ਸਿੰਘ ਜੋ ਪੰਜਾਂ ਪਿਆਰਿਆਂ ਦੇ ਮੁਖੀ ਸਨ, ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦੇ ਹਨ, ਦਇਆ ਸਿੰਘ ਜੀ ਜ਼ਿੰਦਗੀ 'ਚ ਬਹੁਤ ਕੁਝ ਦੇਖਿਆ। ਪਿਤਾ ਦੀ ਸ਼ਹੀਦੀ, ਪੁੱਤਰਾਂ ਨੂੰ ਮੌਤ ਦੀ ਘੋੜੀ 'ਤੇ ਚੜ੍ਹ ਕੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੁੰਦੇ ਤੱਕਿਆ। ਛੋਟੇ ਸਾਹਿਬਜ਼ਾਦੇ ਸਰਹੰਦੀ ਖੂਨੀ ਦੀਵਾਰ ਵਿੱਚ ਵੀ ਚਣਵਾਏ ਨੇ, ਪਰ ਦਇਆ ਸਿੰਘ ਜੀ ਅਸੀਂ ਸਭ ਕੁਝ ਦੇਖਿਆ, ਪਰ ਆਪਣੀ ਜ਼ਿੰਦਗੀ 'ਚ ਇੱਕ ਤਲਵਾਰ ਦਾ ਫੱਟ ਨਹੀਂ ਵੇਖਿਆ। ਜਦੋਂ ਹਜ਼ੂਰ ਇਸ ਮਾਤ ਲੋਕ ਦੀ ਧਰਤੀ 'ਤੇ ਸਾਧ ਸੰਗਤ ਜੀ ਅਵਤਾਰ ਧਾਰਨ ਕੀਤਾ, ਇੱਥੇ ਭਾਰਤ ਦੇ ਲੋਕਾਂ ਦੀ ਹਾਲਤ ਬੜੀ ਤਰਸਯੋਗ ਸੀ। ਧੀ ਭੈਣ ਦੀ ਕੋਈ ਇੱਜ਼ਤ ਨਹੀਂ ਸੀ। ਟਗੇ ਟਗੇ ਤੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਧੀਆਂ ਭੈਣਾਂ ਈਮਨਾਬਾਦ ਕਾਬਲ ਕੰਧਾਰ ਦੇ ਬਾਜ਼ਾਰਾਂ ਵਿੱਚ ਵਿਕਦੀਆਂ ਸਨ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਸੰਸਾਰ 'ਤੇ ਨਹੀਂ ਸਨ ਆਉਣਾ ਚਾਹੁੰਦੇ। ਉਹਨਾਂ ਦੀ ਆਪਣੀ ਜ਼ਬਾਨ ਤੋਂ ਆਪਣੀ ਕਹਾਣੀ ਹੈ, ਚਿਤ ਨਾ ਬਇਓ ਹਮਰਾ ਆਵਣ ਕੋ, ਸਾਰੇ ਪੜੋ, ਚਿਤ ਨਾ ਬਇਓ ਹਮਰਾ ਆਵਣ ਕੋ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੋ। ਹਜ਼ੂਰ ਕਹਿੰਦੇ ਨੇ ਜਦੋਂ ਅਸੀਂ ਹੇਮਕੁੰਟ ਤੋਂ ਅਸੀਂ ਨਿਰੰਕਾਰ ਦੇ ਨਾਲ ਮਿਲ ਕੇ ਸੱਚਖੰਡ ਪੁੱਜੇ, ਅਸੀਂ ਵੇਖਿਆ ਉੱਥੇ ਰਾਮਚੰਦਰ ਕ੍ਰਿਸ਼ਨ, ਮਾਫ਼ ਕਰਨਾ, ਬਹੁਤ ਵੱਡੇ ਵੱਡੇ ਪੀਰ ਪੈਗੰਬਰ ਬੈਠੇ ਹੋਏ ਸਨ ਨੀਵੀਆਂ ਪਾ ਕੇ। ਅਸੀਂ ਉਹਨਾਂ ਵੱਲ ਵੇਖ ਕੇ ਉਹਨਾਂ ਨੂੰ ਪੁੱਛਣਾ ਕੀਤਾ, ਜਿਨ੍ਹਾਂ ਦੇ ਚਿਹਰੇ 'ਤੇ ਬੜੀ ਉਦਾਸੀ ਸੀ। ਪੁੱਛਿਆ ਬਈ ਤੁਸੀਂ ਉਦਾਸ ਕਿਉਂ? ਉਹਨਾਂ ਨੇ ਦੱਸਣਾ ਕੀਤਾ ਕਿ ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਹਿਲਾ ਨਾਂ ਸੀ। ਦੁਸ਼ਟ ਦਮਨ ਜੀ ਇਹਨਾਂ ਦਿਨਾਂ ਵਿੱਚ ਅਕਾਲ ਪੁਰਖ ਜੀ ਬੜੇ ਫਿਕਰਮੰਦ ਹਨ, ਚਿੰਤਾ ਦੇ ਵਿੱਚ ਹਨ। ਸੰਸਾਰ ਦੀ ਹਾਲਤ ਬੜੀ ਦੁਖਦਾਇਕ ਹੈ, ਦਰਦਨਾਇਕ ਹੈ। ਅਕਾਲ ਪੁਰਖ ਜੀ ਕਿਸੇ ਨੂੰ ਗਊ ਤੇ ਗਰੀਬ ਦਾ ਰਾਖਾ ਬਣਾ ਕੇ ਸੰਸਾਰ ਦੇ ਭਲੇ ਵਾਸਤੇ ਭੇਜਣਾ ਚਾਹੁੰਦੇ ਹਨ। ਹਜ਼ੂਰ ਕਹਿਣ ਲੱਗੇ ਵੀ ਮੈਂ ਵੀ ਉਹਨਾਂ ਅਵਤਾਰਾਂ ਦੇ ਵਿੱਚ ਦੋਵੇਂ ਹੱਥ ਜੋੜ ਕੇ ਪਰਮੇਸ਼ਰ ਦੇ ਮੂਹਰੇ ਖੜਾ ਹੋ ਗਿਆ। ਮੈਨੂੰ ਪਰਮੇਸ਼ਰ ਨੇ ਕਿਹਾ, ਅਕਾਲ ਪੁਰਖ ਨੇ ਕਿਹਾ, ਦੁਸ਼ਟ ਦਮਨ ਜੀ ਜ਼ਾਲਮ ਦੇ ਜੁਰਮ ਦਾ ਬੋਲ ਬਾਲਾ ਹੈ। ਮੈਂ ਤੁਹਾਨੂੰ ਸੰਸਾਰ ਦਾ ਰਹਿਬਰ ਬਣਾ ਕੇ ਗਊ ਤੇ ਗਰੀਬ ਦਾ ਰਾਖਾ ਬਣਾ ਕੇ ਭੇਜਣਾ ਚਾਹੁੰਦਾ ਹਾਂ। ਪਾਤਸ਼ਾਹ ਕਹਿੰਦੇ ਸੰਸਾਰ ਦੀ ਹਾਲਤ ਅਸੀਂ ਪਹਿਲਾਂ ਹੀ ਜਾਣੂ ਸਾਂ ਕਿ ਸੰਸਾਰ ਦੀ ਹਾਲਤ ਕਿੰਨੀ ਦਰਦਨਾਇਕ ਔਰ ਕਿੰਨੀ, ਮਾਫ਼ ਕਰਨਾ, ਗੁਰੂ ਕੀ ਸੰਗਤ ਤਰਸਯੋਗ ਸੀ। ਅਸੀਂ ਆਪਣੇ ਪਿਤਾ ਪਰਮੇਸ਼ਰ ਨੂੰ ਆਖਿਆ, ਪਿਤਾ ਜੀ ਮੈਂ ਮਾਤ ਲੋਕ ਦੀ ਧਰਤੀ 'ਤੇ ਨਹੀਂ ਜਾਣਾ ਚਾਹੁੰਦਾ, ਮੈਨੂੰ ਚਰਨਾਂ ਤੋਂ ਦੂਰ ਨਾ ਕਰੋ। ਇਹ ਅਵਸਥਾ ਜਿੱਥੇ ਜਾ ਕੇ ਕੁਝ ਵੀ ਕਰਨਾ ਧਰਨਾ ਨਹੀਂ ਰਹਿ ਜਾਂਦਾ। ਅਸੀਂ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ
ਮਾਤ ਲੋਕ ਦੀ ਧਰਤੀ 'ਤੇ ਨਹੀਂ ਜਾਣਾ ਚਾਹੁੰਦਾ। ਮੇਰੇ ਪਿਤਾ ਪਰਮੇਸ਼ਰ ਨੇ ਕਿਹਾ, ਦੁਸ਼ਟ ਦਮਨ ਤੈਨੂੰ ਜਾਣਾ ਪਵੇਗਾ। ਮਾਫ ਕਰਨਾ, ਮੋਹੇ ਆਪਣਾ ਸੁਤ ਤੋਹੇ ਨਵਾਜਾ। ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ। ਪੰਥ ਪ੍ਰਚਰਬ ਕਰਵੇ ਕੋ ਸਾਜਾ। ਦੁਨੀਆ ਦੇ ਵਿੱਚ ਇੱਕ ਐਸਾ ਪੰਥ ਚਲਾਓ ਜੋ ਮੇਰੇ ਤੋਂ ਬਗੈਰ ਕਿਸੇ ਹੋਰ ਨੂੰ ਨਾ ਮੰਨੇ। ਬੜੇ ਬੜੇ ਪੀਰ ਪੈਗੰਬਰ ਅਵਤਾਰ ਭੇਜੇ ਨੇ, ਰਿਸ਼ੀ ਮੁਨੀ ਭੇਜੇ ਨੇ। ਨਾਮ ਮੇਰਾ ਨਾ ਕਿਸੇ ਨੇ ਯਾਰ ਕੀਤਾ। ਸਾਰੇ ਪੜੋ, ਰਾਮ ਨਾਮ ਮੇਰਾ ਨਾ ਕਿਸੇ ਨੇ ਯਾਰ ਕੀਤਾ। ਲੈ ਆਪਣੇ ਪੰਥ ਚਲਾ ਪਾਈ। ਜੋਗੀਆਂ ਨੇ ਜੋਗ ਮਤ, ਸੰਨਿਆਸੀਆਂ ਨੇ ਸੰਨਿਆਸ ਦੀ ਸੰਨਿਆਸੀ ਮਤ, ਸਿੱਧਾਂ ਨੇ ਸਿੱਧ ਮਤ। ਮੇਰੇ ਨਾਮ ਦੀ ਵਿਆਖਿਆ ਪਰਮੇਸ਼ਰ ਨੇ, ਮੇਰੇ ਨਾਮ ਦੀ ਵਿਆਖਿਆ ਲੋਕਾਂ ਤੱਕ ਮੇਰੀ ਗੱਲ ਪਹੁੰਚਾਈ ਨਹੀਂ। ਤੁਸੀਂ ਜਾਓ, ਦੁਨੀਆ ਦੇ ਵਿੱਚ ਜਾਓ, ਇੱਕ ਐਸਾ ਪੰਥ ਚਲਾਓ। ਮਾਫ ਕਰਨਾ, ਜਿਹੜਾ ਮੇਰੇ ਤੋਂ ਬਗੈਰ ਕੋਈ ਕਿਸੇ ਹੋਰ ਨੂੰ ਨਾ ਮੰਨੇ। ਅਤੇ ਮੈਂ ਇਸ ਕਰਕੇ ਤੈਨੂੰ ਕਹਿ ਰਿਹਾ ਕਿ ਮੋਹੇ ਆਪਣਾ ਸੁਤ ਤੋਹੇ ਨਵਾਜਾ। ਕਿੰਨੀ ਪ੍ਰਾਊਡ ਦੀ ਗੱਲ ਹੈ, ਕਿੰਨੀ ਮਾਣ ਦੀ ਗੱਲ ਹੈ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿ ਰਿਹਾ ਕਿ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ। ਪੰਥ ਪ੍ਰਚਰਬ ਕਰਵੇ ਕੋ ਸਾਜਾ। ਐਸਾ ਪੰਥ ਸਜਾਉਣਾ। ਮੇਰੇ ਪਾਤਸ਼ਾਹ ਕਹਿਣ ਲੱਗੇ, ਗਰੀਬ ਨਵਾਜ ਸੰਸਾਰ ਦੇ ਵਿੱਚ ਜ਼ਾਲਮ ਦੇ ਜ਼ੁਲਮ ਦਾ ਬੋਲਬਾਲਾ ਹੈ। ਇਹ ਗੱਲਾਂ ਦੇ ਨਾਲ ਨਹੀਂ ਹੱਲ ਹੋਣਾ। ਕਹਿਣ ਲੱਗੇ, ਕੁਛ ਵੀ ਤੁਸੀਂ ਜਾਓ। ਯੂਰ ਨੇ ਫਿਰ ਬੇਨਤੀ ਕੀਤੀ, ਠਾਂਡ ਪਿਓ ਮੈਂ ਜ਼ੋਰ ਕਰ ਬਚਨ ਕਹਾਣਾ ਸਿਰ ਨਿਆਏ। ਮੈਂ ਬੜੇ ਗਰੀਬੀ ਦੇ ਘਰ 'ਚ ਆ ਕੇ ਬਚਨ ਕੀ ਬੇਨਤੀ ਕੀਤੀ, ਪ੍ਰਭੂ ਮੇਰਾ ਜਾਣ ਨੂੰ ਦਿਲ 'ਤੇ ਨਹੀਂ ਕਰਦਾ। ਪੰਥ ਵੈਸਾ ਹੀ ਚੱਲੇਗਾ ਜੈਸਾ ਤੁਸੀਂ ਚਾਹੁੰਦੇ ਹੋ। ਪੰਥ ਚਲੇ ਤਬ ਜਗਤ ਮੈਂ। ਸਾਰੇ ਪੜੋ, ਪੰਥ ਚਲੇ ਤਬ ਜਗਤ ਮੈਂ। ਜਬ ਤੁਮ ਹੋਤ ਸਜਾਏ, ਜਬ ਤੁਮ ਹੋਤ ਸਹਾਏ। ਪੰਥ ਵੈਸੇ ਚੱਲੇਗਾ, ਪਰ ਇਹ ਪੰਥ ਮੇਰਾ ਚਲਾਇਆ ਨਹੀਂ ਚੱਲਣਾ। ਇਸ ਪੰਥ ਨੂੰ ਚਲਾਉਣ ਵਾਸਤੇ ਮੈਨੂੰ ਤੁਹਾਡੀ ਕਿਰਪਾ ਦੀ ਲੋੜ ਹੈ। ਤੇਰਾ ਚਲਾਇਆ ਚੱਲਣਾ ਹੈ। ਮਯੂਰ ਨੇ ਆਖਿਆ ਵੀ ਮੈਨੂੰ ਮੇਰੇ ਪਿਤਾ ਪਰਮੇਸ਼ਰ ਅਕਾਲ ਪੁਰਖ ਨੇ ਆਖਿਆ, ਦੁਸ਼ਟ ਦਮਨ ਜੀ, ਅੱਜ ਤੱਕ ਮੈਂ ਕਿਸੇ ਦੇ ਸਿਰ 'ਤੇ ਹੱਥ ਨਹੀਂ ਰੱਖਿਆ, ਪਰ ਮੇਰੇ ਦੋਨੋਂ ਹੱਥ ਤੇਰੇ ਸਿਰ 'ਤੇ ਰਹਿਣਗੇ। ਗੁਰਦੇਵ ਕਹਿੰਦੇ ਇਸ ਤੋਂ ਅੱਗੇ ਬੋਲਣ ਦੀ ਗੁੰਜਾਇਸ਼ ਨਹੀਂ ਸੀ। ਆਖਿਆ, ਪਿਤਾ ਜੀ ਜੇ ਤੁਹਾਡਾ ਐਸਾ ਹੀ ਖਿਆਲ ਤੇ ਫਿਰ ਮੈਂ ਜਾਵਾਂਗਾ, ਤੇ ਕਿਰਪਾ ਕਰੋ, ਮੇਰੇ 'ਤੇ ਕੋਈ ਕਿਰਪਾ ਕਰੋ। ਮੇਰੇ ਪਿਤਾ ਪਰਮੇਸ਼ਰ ਨੇ ਆਖਿਆ ਵੀ ਮੰਗ। ਦੁਸ਼ਟ ਦਮਨ ਕੀ ਮੰਗਦਾ? ਮੈਂ ਆਖਿਆ ਜੀ ਪਾਤਸ਼ਾਹ ਬੇਨਤੀ ਹੈ, ਇਸ ਕੰਮ ਦੀ ਕਾਰਜ ਸਿੱਧੀ ਵਾਸਤੇ, ਇਸ ਕੰਮ ਨੂੰ ਪੂਰਾ ਕਰਨ ਵਾਸਤੇ ਜੇ ਦੁਸ਼ਟ ਦਮਨ ਦਾ ਸਾਰਾ ਪਰਿਵਾਰ ਵੀ ਸ਼ਹੀਦ ਹੋ ਜੇ। ਇੱਕ ਵਾਰੀ ਕਹਿ ਰਹੇ, ਮੇਰਾ ਪਿਤਾ ਸ਼ਹੀਦ ਹੋ ਜਾਏ, ਮੇਰੇ ਪੁੱਤਰ ਸ਼ਹੀਦ ਹੋ ਜਾਣ, ਮੇਰੀ ਮਾਤਾ ਵੀ ਰੱਬ ਨੂੰ ਪਿਆਰੀ ਹੋ ਜਾਏ, ਤੇ ਮੇਰੇ 'ਤੇ ਕਿਰਪਾ ਕਰੋ ਵੀ ਮੇਰੀਆਂ ਅੱਖਾਂ ਦੇ ਵਿੱਚੋਂ ਕੋਈ ਹੰਝੂ ਨਹੀਂ ਜਾਣਾ ਚਾਹੀਦਾ। ਦੂਜੇ ਨੰਬਰ 'ਤੇ ਗਰੀਬ ਨਵਾਜ, ਮੇਰੇ 'ਤੇ ਕਿਸੇ ਦੇ ਜੰਤਰ ਮੰਤਰ ਤੰਤਰ ਦਾ ਕੋਈ ਅਸਰ ਨਹੀਂ ਹੋਣਾ ਚਾਹੀਦਾ। ਬਾਬਾ ਬੰਦਾ ਸਿੰਘ ਬਹਾਦਰ ਜਿਸ ਪਲੰਗੇ 'ਤੇ ਵੱਡੇ ਵੱਡੇ ਫਕੀਰਾਂ ਨੂੰ ਬਿਠਾਉਂਦਾ ਸੀ, 10ਵੇਂ ਪਾਤਸ਼ਾਹ ਜਦੋਂ ਉੱਥੇ ਪੁੱਜੇ ਨੇ, ਉਹਨੇ ਪਲੰਗਾ ਸਭ 'ਤੇ ਬਿਠਾਇਆ, ਪਰ ਉਹ ਪਲੰਗਾ ਟਸ ਤੋਂ ਮਸ ਨਾ ਹੋਇਆ। ਇਹਨੇ ਬੜੇ ਬੜੇ ਵੀਰ ਬਸ ਕੀਤੇ ਸਨ। ਇਹਨੇ ਵੀਰਾਂ ਨੂੰ ਕਿਹਾ, ਵੀਰਾਂ ਨੇ ਗੁਰੂ ਸਾਹਿਬ ਦਾ ਪਲੰਗਾ ਉਲਟਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਪੇਸ਼ ਨਾ ਗਈ ਤੇ ਬੰਦਾ ਸਿੰਘ ਬਹਾਦਰ ਨੂੰ ਮਾਰਨ ਲਈ ਤਿਆਰ ਹੋ ਗਏ। ਤੀਸਰਾ ਵਰ ਮੰਗਿਆ, ਗਰੀਬ ਨਵਾਜ ਇਹ ਜ਼ਾਲਮ
प्यार नाल नहीं जे सुधरने। परमेश्वर ने कहा कि जाओ आ तेग चक्को ते मात लोग की धरती ते जाओ, जाओ जालमां नूं सोधो। हजूर ने कहा मेरे गरीब नवाज पिता, जिथे तेग की कृपा की है उत्थे देग की भी कृपा भी करो। एक बारी कह दे वैरू। भुखियां तो खंडे वजने नहीं, देग तेग जग में दो चलै। सारे पढ़ो, देग तेग जग में दो चलै, राख आप मोहे अवर न दलै। मैनू आप कृपा करके मेरी सहायता करनी, मैनू किसी होर दी झाक ना होवे। चौथा वार मंगिया, मेरा किसी दे अगे सिर ना झुके। माफ़ करना गुरु की संगत जी, मेरा सिर झुके तो तेरे चरणों च झुके। असी लोग भुल गए ना गल्लां नूं। जदों साडे कोल भी संगत आउंदियां ने, पैरां नूं पैंदियां ने, किन्नी चंगी गल होवे कि तुसीं क्या करो जी, संत जी वाहिगुरू जी का खालसा वाहिगुरू जी की फतेह। वाहिगुरू कहण दे नाल दो वारी रब याद आउंदा। एक बारी वाहिगुरू कहण वाले नूं ते दूजा जवाब देण वाले नूं। वाहिगुरू जी का खालसा वाहिगुरू जी की फतेह। ते आख्या गरीब नवाज मेरा सिर किसी दे अगे ना झुके। रोज़ पढ़ते असी जदों रहरा साहब का पाठ करते हैं, पाहीं गए जब ते तुमरे तब ते को आँख तरे नहीं आने। राम रहीम पुराण कुर अनेक कहे मत एक न। सिमरत शास्त्र वेद सब बहु भेद कह एक न। श्री असपान कृपा तुमरी कर, मैन कहो सब तोहे बखियानियो। हे प्रभु, मेरा किसी दे अगे सीस ना चुके। जदों मैनू तेरी झाक होवेगी, किसी दी हिम्मत की है। ये जे दोहे नूं पढ़ीए तो बड़ा कुछ मिलता। पाहीं गए जब ते तुमरे, जदों मैं तेरे पैर ही फड़ लै। ये प्रभु किसी जरवाणी दी या किसी जालम दी की हिम्मत है, की मजाल है, की जुरत है कि वो मेरे वाल अख भर के भी तक सके। चौथे नंबर ते गरीब नवाज कृपा कर दो। असीं की मंगते हैं, पर दशमेश ने की मंगिया। देह शिवावर मोह है, शुभ कर्म ते कबू ना डरो न डरो। अरसों जब जय लरो, निश्चय कर अपनों जीत करूं। आशिक ही हो अपने ही मन को, ए लालच हो गुण तो उचरो। जब आपकी औद निधान बने, अत ही रण में तब जूझ मरो। When ever the last time of my life I must die in the battle of war। मैं जंग के मैदान च जूझ के मरा। चमकौर की गढ़ी समय भी जदों गुरु गोबिंद सिंह महाराज ने पंजां सिखां दे विच भाई संगत सिंह दे सिर ते कलगी रखी, वस्त्र पहनाए, जंगी वस्त्र पहनाए, ते उस मौके ते 10वें पातशाह जंग के मैदान च जूझना चाहते सन। आख्या सी भाई दया सिंह एक परमेश्वर तो वर लैके आए सन कि जंग के मैदान च जूझ के मरीए। मारो अपने मना झातियाँ। गुरु के थाट्स की ने, गुरु की विचारधारा की है। आई पुट क्वेश्चन यू, माफ कर नौजवानों, माई यंग ब्रदर एंड माई ओल्ड माई फादर इक्वल टू माई फादर। मैं तुहानूं पुछना चाहुंदा कि तुसीं इहो वर लैके आए कि जदों असीं मरीए शराबां पी के मरीए, जदों असीं मरीए तां असीं निगुरे मरीए।
ਜਦੋਂ ਅਸੀਂ ਮਰੀਏ ਤਾਂ ਮਾੜੇ ਕੰਮ ਕਰਕੇ ਮਰੀਏ। ਚੇਂਜ ਯੂਰ ਸੈਲਫ ਐਂਡ ਮੇਕ ਯੂਰ ਲਾਈਫ, ਮਾਫ ਕਰਨਾ ਅਕੋਰਡਿੰਗ ਟੂ ਗੁਰੂ ਗ੍ਰੰਥ ਸਾਹਿਬ। ਆਖਿਆ ਪਾਤਸ਼ਾਹ ਜਦੋਂ ਮੇਰੀ ਜ਼ਿੰਦਗੀ ਦਾ ਅੰਤਮ ਸਮਾਂ ਆਵੇ, ਮੈਂ ਜੰਗ ਦੇ ਮੈਦਾਨ 'ਚ ਜੂਝ ਕੇ ਮਰਾਂ। ਇੱਥੇ ਮਰ ਜੰਗ ਦੇ ਮੈਦਾਨ ਚਮਕੌਰ ਦੀ ਗੜੀ 'ਚ ਜੂਝਣਾ ਚਾਹੁੰਦੇ ਸਨ। ਭਾਈ ਦਇਆ ਸਿੰਘ ਹੋਰਾਂ ਆਖਿਆ ਗਰੀਬ ਨਵਾਜ਼, ਗੋਬਿੰਦ ਸਿੰਘ ਆਪਣੀ ਮਰਜ਼ੀ ਨਾਲ ਜੰਗ ਦੇ ਮੈਦਾਨ 'ਚ ਨਹੀਂ ਜਾ ਸਕਦਾ। ਇੱਕ ਸਮੇਂ ਤੁਸੀਂ ਖਾਲਸਾ ਪੰਥ ਸਾਜਨ ਸਮੇਂ ਵਚਨ ਕੀਤਾ ਸੀ, ਦਇਆ ਸਿੰਘ ਜੀ ਜੋ ਤੁਸੀਂ ਪੰਜੇ ਕਰਿਆ ਕਰੋਗੇ ਮੈਨੂੰ ਮਨਜ਼ੂਰ ਹੋਵੇਗਾ। No such time come when Khalsa Panth orders you. You leave the Chamaukor Gadi and go out. ਖਾਲਸਾ ਪੰਥ ਇਸ ਗੱਲ ਦੀ ਮੰਗ ਕਰਦਾ। ਗਰੀਬ ਨਵਾਜ਼ ਹੁਕਮ ਪੰਥ ਨੇ ਕਰਨਾ, ਗੋਬਿੰਦ ਸਿੰਘ ਨੇ ਪੰਥ ਮੰਨਣਾ। ਕਿਹੋ ਜਿਹੇ ਸਿੱਖ ਹੋਣਗੇ ਇੱਕ ਵਾਰੀ ਕਹਿ ਦੇ ਵਾਹਿਗੁਰੂ, ਜਿਨ੍ਹਾਂ ਨੇ 10ਵੇਂ ਪਾਤਸ਼ਾਹ ਨੂੰ ਤੇ ਵੀ ਹੁਕਮ ਚਲਾਇਆ। ਮਾਫ ਕਰਨਾ ਮਹਾਰਾਜ, ਜੇ ਤੁਸੀਂ ਸ਼ਹੀਦ ਹੋ ਗਏ, ਸਾਰੀ ਦੁਨੀਆ ਤੋਂ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਪੈਦਾ ਹੋਣਾ। ਅਸੀਂ ਸ਼ਹੀਦ ਹੋ ਗਏ, ਤੁਸੀਂ ਸਾਡੇ ਵਰਗੇ ਸੈਂਕੜੇ ਤਾਂ ਕੀ ਲੱਖਾਂ ਸਿੰਘ ਸਜਾ ਲਓਗੇ। ਸੋ ਦੈਟ ਵੀ ਡਿਮਾਂਡ ਕਿ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ। ਮਹਾਰਾਜ ਇੱਥੋਂ ਤਾੜੀ ਮਾਰ ਕੇ ਨਿਕਲੇ ਸਨ। ਖੀਰ ਜ਼ਿੰਦਗੀ ਦੀ ਯਾਤਰਾ, ਜਿਵੇਂ ਕਿਸੇ ਗਰੀਬ ਦੇ ਕੇ ਬਾਣੀ ਪੜ੍ਹੀਏ ਲਾਹਣਤਾਂ ਪੈਂਦੀਆਂ ਨੇ ਆਪਣੇ ਆਪ ਨੂੰ। ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਮੰਨਦੇ ਹਾਂ ਕਿ ਮੱਥਾ ਟੇਕਣ ਤੱਕ ਹੀ ਸਾਡੀ ਜ਼ਿੰਦਗੀ ਸੀਮਤ ਰਹਿ ਗਈ। ਇੱਕ ਪੁੱਤ ਆਪਣੇ ਪਿਓ ਦੀ ਪੱਗ ਲਾਉਂਦਾ, ਉਹਦੀ ਬੇਇੱਜ਼ਤੀ ਵੀ ਕਰਦਾ, ਇਨਸਲਟ ਕਰਦਾ। ਆਫਟਰ ਦੈਟ ਕਹੇ ਕਿ ਮੈਂ ਆਪਣੇ ਪਿਓ ਨੂੰ ਮੰਨਦਾ, ਕਿ ਇਹੀ ਪਿਓ ਨੂੰ ਮੰਨਦਾ। ਜੇ ਉਸ ਪੁੱਤ ਨੇ ਆਪਣੇ ਪਿਓ ਦੀ ਰਿਸਪੈਕਟ ਨਹੀਂ ਕਰਨੀ, ਰਿਗਾਰਡ ਨਹੀਂ ਕਰਨਾ, ਯੂ ਟੈਲ ਮੀ ਸਾਧ ਸੰਗਤ ਜੀ, ਉਸ ਪੁੱਤ ਨੂੰ ਆਪਣੇ ਪਿਓ ਦਾ ਪੁੱਤ ਕਹਾਉਣ ਦਾ ਹੱਕ ਹੈ। ਵਾਈ ਯੂ ਨਾਟ ਸਪੀਕ? ਹੱਕ ਹੈ। ਜੇ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਦਾ ਬਚਨ ਨਹੀਂ ਮੰਨਣਾ, ਕੀ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣ ਦਾ ਹੱਕ ਹੈ? ਅੰਤਮ ਯਾਤਰਾ ਸੱਚਖੰਡ ਦੇ ਹਜ਼ੂਰ ਦੀ ਧਰਤੀ 'ਤੇ ਮਾਫ ਕਰਨਾ, ਕੰਪਲੀਟ ਕਰਨੀ, ਪੂਰੀ ਕਰਨੀ। ਹੁਕਮਨਾਮਾ ਲੈਣਾ, ਮਾਰੂ ਰਾਗ ਵਿੱਚ ਹੁਕਮਨਾਮਾ ਆਉਣਾ। ਬੱਲੇ ਬੱਲੇ ਬੱਲੇ। ਕਿਸੇ ਗਰੀਬ ਦੀ ਗਰੀਬੀ ਚਲੀ ਜਾਏ, ਕਿਤੇ ਬਿਮਾਰ ਦੀ ਬਿਮਾਰੀ ਦੂਰ ਹੋ ਜਾਏ, ਉਹ ਕਹਿੰਦੇ ਸਾਡੀ ਜ਼ਿੰਦਗੀ ਦੇ ਦਿਨ ਬਦਲ ਗਏ। ਮੇਰੇ ਪਾਤਸ਼ਾਹ ਨੇ ਹੁਕਮਨਾਮਾ ਲਿਆ, ਹੁਕਮਨਾਮਾ ਆਇਆ, ਖੁੱਲਿਆ ਕਰਮ। ਮਾਫ ਕਰਨਾ ਗੁਰੂ ਕੀ ਸੰਗਤ, ਖੁੱਲਿਆ ਕਰਮ ਕਿਰਪਾ ਭਈ, ਠਾਕੁਰ ਕੀਰਤਨ ਹਰ ਗੁਣ ਗਾਈ। ਸ਼ਰਮ ਥਾਕੇ ਭਾਵ ਚੱਲ ਕੇ ਜ਼ਿੰਦਗੀ ਥੱਕ ਕੇ ਜ਼ਿੰਦਗੀ ਦੇ ਹੁਣ ਇੱਥੇ ਪੁੱਜੇ ਹਾਂ। ਸ਼ਰਮ ਥਾਕਾ ਪਾਏ ਵਿਸਰਾਮਾ, ਵਿਸਰਾਮ ਕਹਿੰਦੇ ਆਰਾਮ ਕਰਨਾ। ਮਿਟ ਗਈ ਸਗਲੀ ਤਾਈ, ਮਿਟ ਗਈ ਸਗਲੀ। ਬਲਕਿ ਜਿਹੜੇ ਦੌੜੇ ਭੱਜ ਫਿਰਦੇ ਅਸੀਂ ਖੱਬੇ ਸੱਜੇ, ਪਾਤਸ਼ਾਹ ਕਹਿੰਦੇ ਮਿਟ ਗਈ ਸਗਲੀ ਤਾਈ। ਅਬ ਮੋਹ ਜੀਵਨ ਪਦਵੀ ਪਾਈ, ਅਬ ਜੀਵਨ ਪਦਵੀ, ਅਬ ਜੀਵਨ ਪਦਵੀ। ਸੱਚਖੰਡ ਹਜ਼ੂਰ ਸਾਹਿਬ ਦੀ ਧਰਤੀ 'ਤੇ ਪੁੱਜਣਾ। ਇੱਕ ਦਿਨ ਇੱਕ ਚੰਦਨ ਦਾ ਵਪਾਰੀ ਆਇਆ। ਅੱਗੇ ਗੱਡਿਆਂ ਦੇ ਉੱਤੇ ਵਪਾਰ ਹੁੰਦਾ ਸੀ, ਗੱਡੀਆਂ ਰਾਹੀਂ। ਉਹਨੇ ਤੋਂ ਗੱਡੇ ਚੰਦਨ ਦੀ ਲੱਕੜੀ ਦੇ ਲੱਦੇ ਹੋਏ ਨੇ।
महाराज दया सिंह जी बाहर रौला बड़ा पै रहा, की गल है? आख्या महाराज कि चंदन का व्यापारी आया, वो ऊँची ऊँची आवाज़ दे रहे भी कि किसी ने चंदन खरीदना तो मेरे पासों खरीद लो, पर कोई नहीं खरीदा क्योंकि चंदन की लकड़ी बड़ी मिठी महंगी होंगी है। गुरु गोबिंद सिंह महाराज ने आख्या दया सिंह जी और दोवें चंदन के गड्ढे ने खरीद लो, तो बड़ा रंग देणगे, तो बड़ा कम देणगे। चोजी प्रीतम रमजा मारी जाते सन, एक बारी कह दे वैरू बादशाह जिथे सचखंड हजूर साहब की धरती है, इत्थे ठहरे ने। एक लुधियाने दे रहने वाला गुल खां महाराज के चरणों च अपनी माता के समेत पुजा। लुधियाने तो चल के सचखंड हजूर साहब पुजा। इन्हें महाराज के चरणों से नमस्कार की। गुरु गोबिंद सिंह 5 सोने दी मोहरां दित्तियां ते नाले बचन कर दिता भी तैनूं ही उड़ीकदे सां। कहते तैनूं ही उड़ीकदे सां। फिर महाराज बचना राही लाहनतां पाणियां शुरू कीतियां। आख्या माफ करना गुल खां, तेरे प्यो सैदो खान उसी जंग के मैदान च मारिया सी। तेरे दादे पैंदे खान मेरे दादे गुरु हरगोबिंद सिंह महाराज ने जंग के मैदान च मारिया सी। पैंदे खां गुल खां अपने प्यो दादे की मौत का बदला ना लवे। लख लांत तरकार दुर फिटे पठानी दे जमने नूं। इन्हूं बड़ा गुस्सा आया, पर साध संगत जी उस समय तो चला गया घर। मां नूं कहन लगा माता मैनूं 10वें पातशाह ने 5 सोने दी मोहरां दित्तियां ने ते नाल फटकारां भी पाईयां ने कि पैंदे खां गुल खां तेरे प्यो सैदो खां नूं असी जंग के मैदान च मारिया सी। तेरे दादे पैंदे खां नूं मेरे दादे गुरु हरगोबिंद सिंह महाराज ने जंग के मैदान च मारिया सी। गुल खां दुश्मन सामने होवे, अपने प्यो दादे की मौत का बदलना ना लवे। लख लानत तरकार पठानी दे जमने नूं। समा होर ही रंग बदलता जा रहा सी। किसी दे चेहरे ते हासा नहीं सी, किसी दे जबान तो गल नहीं सी गलती। महाराज नूं मेरे जे बचन कर दे वेख के सिख, पर हिम्मत नहीं सी पैंदी कि गुरु साहब बेनती कर सकन। इतिहास दसदा कि 10वें पातशाह के चेहरे थे इन्ना जलाल सी, इन्ना नूर सी, करोड़ां सूरज ते करोड़ां चंद्रमा भी शर्मिंदे सन। पर वक्त बदलता रहिंदा। उहदी मां ने कहा बेटा दे तैनूं गुरु साहब ने कितना प्यार दिता, 5 सोने दी मोहरां दित्तियां ने, वेखी किते अपने गुरु साहब दे उत्ते कोई माफ करना बुरी नीत ना वार ना कर दी। दूजे दिन फिर गुल खां दा 10वें पातशाह के चरणों च जाना। फिर महाराज 2 कटारां वालियां तलवारां कह लो, एक तलवार उन्होंने देती, एक अपने हथ च ले ली। 5 सोने दी मोहरां दिंदा। फिर माफ करना गुरु की संग आखिया गुल खां तेरे प्यो
सैदो खान उसी मारिया सी जंग के मैदान च। तेरे दादे पैंदे खान मेरे दादे गुरु हरगोबिंद साहब महाराज जी ने जंग के मैदान च मारिया सी। जात पठान दी पठानी पुत्र होवे, दुश्मन सामने होवे, हाथ दे विच कटार होवे, तलवार होवे, अपने प्यो दादे दी मौत दा बदला ना लवे, लख लाणत पठानी दे जमने नूं। पर सिख कहंदे सन मनां च, पर हिम्मत किसे दी नहीं सी पैंदी। सानू ते कहंदे सी कि तुरक दा यकीन नहीं करना। अज आप ही एक तुरक दे नाल किहो जिहियां खेडां खेड रहे ने। तुरक भी आम नहीं, जिहदे प्यो नूं गुरु गोबिंद सिंह महाराज ने जंग के मैदान च मारिया, जिहदे दादे पैंदे खान गुरु साहब दे दादे गुरु हरगोबिंद सिंह महाराज ने जंग के मैदान च मारिया। जदों महाराज तलवारां एक आप फड़ ली, एक उहदे हत्थ देती, लानतां पाईयां, पर उन्हें वेख्या भी चार छुरे सिख ने। गल्लां बड़ियां राज भरियां हो रही सन। उन्हां गल्लां नूं जां गुल खान समझदा सी ते जां वचन करन वाले सतगुरु गुरु गोबिंद सिंह महाराज समझदे सन। वो गुल खान ने देखा इधर सिख बैठे ने, उधर बैठे ने। इन्हें सोचा भी जी मैं हुण गुरु साहब दे वार कीता तो सिखां ने मेरा छड्डना ही कोई नहीं, मेरा पुरजा पुरजा कर देना। बड़ा गुस्सा आया, चला गया। अपनी माँ नूं आख्या, माता अपने गुस्से नूं बड़ा कंट्रोल करदा, अज गुस्सा मेरे आपे तो बाहर चला गया। तीजे दिन गुल खां दा फिर पहुँचना। इधर महाराज माफ करना, गुल खान ने वेखे भी उधर सिख बैठे ने, संगत बैठी है, जे मैं कोई स्टैप चुकया तो सिख मैनूं छड्डणगे थोड़े। उस मौके साध संगत जी उन्हें खब्बे सज्जे वेख्या। यूर ने कहा, गुल खां घबरा नहीं, फिक्र ना कर, तेरा कल नूं ये भी शंका दूर कर देंगे। एक बारी कह दे वैर। तीजे दिन का आउणा, वो दिन की सी? सिख जगत का सब तो काला दिन सी। जदों महाराज सचखंड च गए 1699 विच पंथ साजिया। माफ करना 1708 नूं कलगी वाले को 10 साल होर ला जांदा। अज तेरे पंथ का नक्शा कुछ होर हुंदा। 1699 च पंथ साजिया, 1708 नूं गुरु गोबिंद सिंह महाराज 9 साल होए सन पंथ साजे नूं। महाराज ने जिवें 9 साल के बच्चे नूं छड्ड के किसी बच्चे का माता पिता रब नूं प्यारा हो जाए, वो बच्चे की जिंदगी की है? यू थिंक यू लाइफ इफ यू हैव सोल। जे थोड़े अंदर आत्मा तो सोचो सोचो। अज गुल खान दा जाना, ना 10वें पातशाह ने बचन किया खालसे नूं किसी ने अंदर नहीं आना। तंबू लग्या होया सी, पर गुल खां आवे तो रोकना नहीं। पहलां वालियां गल्लां फिर दोहराइयां। गुल खां नूं बड़ा गुस्सा आया, बेकाबू हो गया, अन्ना हो गया गुस्से की अग च। उन्हें गुरु गोबिंद सिंह महाराज दी सज्जी बक्खी ते छुरा मार दिता। खून दे परनाले बह तुरे। उस मौके गुरु की संगत 10वें पातशाह ने हथ गया तलवार की मुट्ठी ते म्यान दे विच तलवार दा वार किया। गुल खान दे 2 टुकड़े करके रख दिते। बार खड़कोया, सिख अंदर गए। देखा कि 10वें पातशाह दे सज्जी बक्खी चों खून दा परनाले वग रहे ने, पर कोल गुल खां कुत्ते की मौत मरिया तड़फ रहा। सिखा के हमारा बड़ा रोकते सी, बड़ा रोकना चाहते स, हिम्मत नहीं सी पैंदी। महाराज
ਆ ਕੀ ਹੋ ਗਿਆ, ਕੀ ਬਣੇਗਾ। ਮਹਾਰਾਜ ਦਸਵੇਂ ਪਾਤਸ਼ਾਹ ਨੂੰ ਉਹਨਾਂ ਸਮਿਆਂ 'ਚ ਵੈਦਗਰੀ ਹੁੰਦੀ ਸੀ। ਅੱਜ ਕੱਲ੍ਹ ਤਾਂ ਮੈਡੀਕਲ ਦਾ ਜ਼ਮਾਨਾ ਆ ਗਿਆ, ਡਾਕਟਰਾਂ ਦਾ ਜ਼ਮਾਨਾ ਆ ਗਿਆ। ਅੱਗੇ ਬੜੇ ਬੜੇ ਕਾਬਲ ਵੈਦ ਹੁੰਦੇ ਸਨ। ਵੈਦ ਸੱਦੇ ਗਏ, ਉਹਨਾਂ ਦਸਵੇਂ ਪਾਤਸ਼ਾਹ ਦੇ ਜ਼ਖਮ ਨੂੰ ਸਾਫ਼ ਕੀਤਾ। ਉਸ ਸਤਸੰਗ ਦੀ ਸਟਿਕ ਕੀਤਾ, ਜਾਣੀ ਟਾਂਕੇ ਲਾਏ। ਆਖਿਆ ਵੈਦਾਂ ਨੇ ਕੋਈ ਗੱਲ ਨਹੀਂ, ਜੇ ਗੁਰੂ ਸਾਹਿਬ ਆਰਾਮ ਕਰਨ ਤੇ ਠੀਕ ਹੋ ਸਕਦੇ ਨੇ। ਪਰ ਇੰਨੀ ਦਿਨੀ ਬਾਦਸ਼ਾਹ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬੜਾ ਸ਼ਰਧਾਲੂ ਸੀ। ਇਹਨੇ ਆਪਣੇ 2 ਸਿਪਾਹੀ ਭੇਜੇ ਕਿ ਜਾਓ, ਮੇਰੇ ਕੋਲ ਤਾਂ ਟਾਈਮ ਨਹੀਂ, ਮੇਰੇ ਵੱਲ ਜਾ ਕੇ ਨਾ ਗੁਰੂ ਸਾਹਿਬ ਦੇ ਪਾਸ ਮਾਫ਼ ਕਰਨਾ, ਅਫਸੋਸ ਯਾਰ ਕਰੋ ਕਿ ਗੁਲ ਖਾਂ ਨੇ ਚੰਗਾ ਨਹੀਂ ਕੀਤਾ ਜੋ ਤੁਹਾਡੇ 'ਤੇ ਛੁਰਾ ਚਲਾਤਾ ਹੈ। ਪਰ ਜੇ ਉਹਨੇ ਛੁਰਾ ਚਲਾਇਆ ਤਾਂ ਮਰਿਆ ਵੀ ਤਾਂ ਕੁੱਤੇ ਦੀ ਮੌਤ ਹੈ। ਇਹ ਦੋਵੇਂ ਮੁਸਲਮਾਨ ਭਰਾ ਦਸਵੇਂ ਪਾਤਸ਼ਾਹ ਚਰਨਾਂ 'ਚ ਪੁੱਜੇ, ਜਾ ਕੇ ਅਫਸੋਸ ਜ਼ਾਹਰ ਕੀਤਾ। ਇੱਕ ਬਹੁਤ ਵੱਡੀ ਕਮਾਨ ਸੀ ਸਤਸੰਗ ਜੀ, ਜਿਹਨੂੰ ਚੱਕਣੀ ਔਖੀ ਸੀ। ਇੱਕ ਵਾਰੀ ਕਹਿ ਦੇ ਪੈਰ, ਜਿਹਨੂੰ ਚੱਕਣੀ ਔਖੀ ਸੀ, ਬੰਦਾ ਚੱਕ ਨਹੀਂ ਸੀ ਸਕਦਾ। ਇਹ ਦੋਵੇਂ ਨਾ ਮੁਸਲਮਾਨ ਭਰਾ ਗੱਲਾਂ ਕਰਨ ਲੱਗ ਗਏ ਵੀ ਐਡੀ ਕਮਾਨ ਨੂੰ ਤਾਂ ਕੋਈ ਚੁੱਕ ਨਹੀਂ ਸਕਦਾ ਯਾਰ, ਐਡੀ ਕਮਾਨ ਰੱਖੀ ਹੈ ਮਹਾਰਾਜ ਨੇ। ਇੱਕ ਕਹਿੰਦਾ ਯਾਰ ਕਮਾਨ ਇਹ ਕਿਸੇ ਨੇ ਕੀ ਚੱਕਣੀ ਹੈ, ਫਿਰ ਚਿੱਲਾ ਕੀ ਚੜਾਉਣਾ ਹੈ, ਤਾਂ ਚੱਕਣੀ ਔਖੀ ਹੈ। ਪਰ ਕਹਿੰਦਾ ਸਿੱਖ ਨਾ ਦੁਸ਼ਮਣਾਂ ਨੂੰ ਡਰਾਉਣ ਵਾਸਤੇ ਐਡੀਆਂ ਵੱਡੀਆਂ ਕਮਾਨਾਂ ਵੈਸੇ ਰੱਖ ਛੱਡਦੇ ਨੇ। ਵਾਹਿਗੁਰੂ। ਪਰ ਮਾਫ਼ ਕਰਨਾ, ਮਰਦ ਕੰਨਾਂ 'ਚ ਆਵਾਜ਼ ਪਈ। ਉਹਨਾਂ ਤੁਰਕਾਂ ਨੂੰ ਕਹਿੰਦੇ ਕੀ ਗੱਲ ਹੈ, ਕਿ ਮਾਰੇ ਕਮਾਨ ਬਹੁਤ ਵੱਡੀ ਹੁੰਦੀ, ਇਹਦਾ ਚਿੱਲਾ ਚੜਾਉਣਾ ਤੇ ਕਿਤੇ ਰਹਿ ਗਿਆ, ਇਹਨੂੰ ਤੇ ਖਾਲੀ ਚੱਕ ਨਹੀਂ ਸਕਦਾ ਕੋਈ। ਮਾਰੇ ਕਹਿੰਦੇ ਚੰਗਾ, ਫਿਰ ਅਸੀਂ ਤੁਹਾਨੂੰ ਚਿੱਲਾ ਚੜਾ ਕੇ ਦੱਸੀਏ। ਉਹਨਾਂ ਨੂੰ ਵੈਦਾਂ ਨੇ ਕਿਹਾ ਸੀ ਕੋਈ ਭਾਰਾ ਕੰਮ ਨਹੀਂ ਕਰਨਾ। ਰੱਖਿਆ ਕਮਾਨ ਦੇ ਉੱਤੇ ਤੀਰ, ਇਹਨੇ ਪੂਰੇ ਬਾਹੂਬਲ ਨਾਲ ਤੀਰ ਛੱਡਿਆ। ਕਲਗੀਧਰ ਪਾਤਸ਼ਾਹ ਨੇ ਇਹਨੇ ਬਾਹੂਬਲ ਨਾਲ ਤੀਰ ਛੱਡਿਆ, ਉਧਰ ਕਮਾਨ ਟੁੱਟ ਕੇ 2 ਟੁਕੜੇ ਹੋ ਗਈ। ਉਧਰੋਂ ਦਸਵੇਂ ਪਾਤਸ਼ਾਹ ਦੇ ਟਾਂਕੇ ਖੁੱਲ੍ਹ ਗਏ। ਗੁਰੂ ਕੀ ਸੰਗਤ, ਯਾਨੀ 3 ਨੰਬਰ 'ਤੇ ਸਿੱਖ ਜਗਤ ਦੇ ਮਾੜੇ ਸਤਸੰਗ ਦਿਨਾਂ ਦੀ ਨਿਸ਼ਾਨੀ ਸੀ। ਸਿੱਖ ਦੌੜੇ ਆਏ, ਮਹਾਰਾਜ ਆ ਕੀ ਕੀਤਾ, ਤੁਹਾਨੂੰ ਵੈਦਾਂ ਨੇ ਕਿਹਾ ਸੀ ਆਰਾਮ ਕਰੋ, ਅਸੀਂ ਵੈਦਾਂ ਨੂੰ ਬੁਲਾਉਂਦੇ ਹਾਂ। ਮਹਾਰਾਜ ਕਲਗੀਧਰ ਪਾਤਸ਼ਾਹ ਨੇ ਆਖਿਆ ਸਿੰਘੋ, ਹੁਣ ਕਿਸੇ ਵੈਦ ਨੂੰ ਬੁਲਾਉਣ ਦੀ ਲੋੜ ਨਹੀਂ ਰਹੀ, ਸਾਡਾ ਅੰਤਮ ਸਮਾਂ ਆ ਗਿਆ। ਹੁਣ ਅਸੀਂ ਨਿਰੰਕਾਰ ਦੇ ਦੇਸ਼ ਨੂੰ ਜਾਣਾ ਚਾਹੁੰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ। ਸਿੱਖਾਂ ਦੀ ਗੱਲ ਅਗਲ ਕੇ ਰੋਂਦੇ ਸਨ। ਕੋਈ ਸਿੱਖ ਪੁੰਜੇ ਲੱਤਾਂ ਮਾਰ ਕੇ ਰੋਂਦਾ ਸੀ ਬੱਚਿਆਂ ਵਾਂਗੂ। ਉਹ ਪੰਥ ਦਾ ਕੀ ਬਣੂਗਾ? ਕਈ ਕਹਿੰਦੇ ਤੁਸੀਂ ਪੰਥ ਦੀਆਂ ਗੱਲਾਂ ਕਰਦੇ ਹੋ, ਸਾਡਾ ਕੀ ਬਣੂਗਾ? ਪ੍ਰੀਤਮ ਤੋਂ ਬਿਨਾਂ, ਪਿਆਰੇ ਤੋਂ ਬਿਨਾਂ ਅਸੀਂ ਕਿਵੇਂ ਜੀਵਾਂਗੇ? ਮਹਾਰਾਜ ਨੇ ਹੁਕਮ ਕੀਤਾ, ਖਾਲਸਾ ਜੀ ਤਿਆਰੀ ਕਰੋ। ਮਰਦਾ ਪ੍ਰਕਾਸ਼ ਕੀਤਾ ਗਿਆ। ਦੂਜੇ ਦਿਨ ਕੱਲ੍ਹ ਹਜ਼ੂਰ ਦਾ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ ਸੀ। 5 ਪੈਸੇ ਨੇੜੇ ਰੱਖ ਕੇ ਮੱਥਾ ਟੇਕਿਆ 5 ਸਿੱਖਾਂ ਦੀ ਸਰਪ੍ਰਸਤੀ ਦੇ ਵਿੱਚ। ਹਰ ਕਿਸੇ ਦੇ ਚਿਹਰੇ 'ਤੇ ਉਦਾਸੀ ਸੀ। ਅੰਨਿਓ ਸਮਝੋ ਇਹ ਗੁਰੂ ਗ੍ਰੰਥ ਸਾਹਿਬ ਨਹੀਂ ਹੈ, ਗੁਰੂ ਗੋਬਿੰਦ ਸਿੰਘ ਬੈਠਾ। ਮਾਰੇ ਨਮਸਕਾਰ ਕੀਤੀ। ਸਿੱਖਾਂ ਮਹਾਰਾਜ ਕਿ ਮਹਾਰਾਜ ਸਾਡਾ ਕੀ ਬਣੇਗਾ? ਕਹਿੰਦੇ ਫਿਕਰ ਨਾ ਕਰੋ, ਜਿਹਨੇ ਮੇਰੀ ਆਤਮਾ ਦੇ ਦਰਸ਼ਨ ਕਰਨੇ ਹੋਣ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਿਆ ਕਰਿਓ। ਮਹਾਰਾਜ ਤੇਰੇ ਨਾਲ ਗੱਲਾਂ ਕਿਵੇਂ ਕਰਿਆ ਕਰਾਂਗੇ?
ਕਹਿੰਦੇ ਜਦੋਂ ਬਾਣੀ ਪੜ੍ਹਿਆ ਕਰੋਗੇ ਮੇਰੇ ਨਾਲ ਗੱਲਾਂ ਹੋਇਆ ਕਰਨਗੀਆਂ। ਮਹਾਰਾਜ ਸਾਡੇ ਕੰਮ ਕਿਵੇਂ ਹੋਇਆ ਕਰਨਗੇ? ਕਹਿੰਦੇ ਬੜੀ ਵਿਪਤਾ ਹੋਵੇ, ਪੰਜਾਂ ਸਿੰਘਾਂ ਪਾਸੋਂ ਅਰਦਾਸ ਕਰਾਣੀ, ਤੁਹਾਡੇ ਸਾਰੇ ਕੰਮ ਫਤਿਹ ਹੋਇਆ ਕਰਨਗੇ। ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਉੱਥੇ ਨਮਸਕਾਰ ਕਰਕੇ ਨਾ, ਮਾਫ ਕਰਨਾ, ਐ ਨਮਸਕਾਰ ਕੀਤੀ ਗੁਰੂ ਗ੍ਰੰਥ ਸਾਹਿਬ ਨੂੰ। ਤੁਸੀਂ ਵੇਖਿਆ, ਮੈਂ ਦੇਖਿਆ, ਸਾਰਿਆਂ ਨੇ ਦੇਖਿਆ, ਮਾਰ ਦੇ ਵਿੱਚ ਦੇ ਪਵਿੱਤਰ ਸੀਸ ਦੇ ਵਿੱਚੋਂ ਹਜ਼ਾਰਾਂ ਸੂਰਜਾਂ, ਲੱਖਾਂ ਚੰਦਰਮਾ ਦੀ ਰੋਸ਼ਨੀ ਦੇ ਨਾਲੋਂ ਵੀ ਇੱਕ ਬਹੁਤ ਵੱਡੀ ਜੋਤ ਨਿਕਲੀ, ਜਿਹਨੂੰ ਆਤਮਾ ਕਹਿੰਦੇ ਨੇ। ਉਹ ਜੋਤ ਨਿਕਲ ਕੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਵੇਸ਼ ਕਰ ਗਈ। ਮਾਫ ਕਰਨਾ, ਆਖਿਆ ਸੀ ਸਾਡਾ ਅੰਗੀਠਾ ਨਹੀਂ ਫੋੜਨਾ, ਸਾਡੀ ਮੜੀ ਨਹੀਂ ਬਣਾਉਣੀ। ਜਿਹੜਾ ਸਾਡਾ ਅੰਗੀਠਾ ਬਣਾਏਗਾ, ਸਾਡੀ ਯਾਦ ਬਣਾਏਗਾ, ਉਹਦੀ ਕੁੱਲ ਦਾ ਨਾਸ ਹੋ ਜਾਏਗਾ। ਹਾਂ, ਫਿਰ ਗੁਰੂ ਕੀ ਸੰਗਤ ਦਸੇ ਪਾਤਸ਼ਾਹ ਜਦੋਂ ਬਾਹਰ ਆਏ, ਨਮਸਕਾਰ ਕਰਕੇ ਪਿੱਛੇ ਮੁੜੇ ਨੇ। ਸਿੰਘਾਂ ਦੇਖਿਆ ਵੀ ਦਸਵੇਂ ਪਾਤਸ਼ਾਹ ਜਾ ਰਹੇ ਨੇ। ਇੱਕ ਭਾਈ ਸੰਗਤ ਸਿੰਘ ਨਾਂ ਦਾ ਸਿੱਖ ਸੀ, ਉਹਨੇ ਮਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਾ ਦੇਖਿਆ, ਮਾਰੇ ਜਾ ਰਹੇ ਮਹਾਰਾਜ ਨੂੰ, ਤੇ ਉਹਨੇ ਚਰਨਾਂ 'ਤੇ ਮੱਥਾ ਟੇਕਿਆ, ਹੱਥਾਂ 'ਚ ਕੁਛ ਨਹੀਂ ਆਇਆ। ਫਿਰ ਮੱਥਾ ਟੇਕਿਆ, ਦੌੜ ਕੇ, ਹੱਥਾਂ 'ਚ ਕੁਝ ਨਹੀਂ ਆਇਆ। ਫਿਰ ਮਹਾਰਾਜ ਦੇ ਚਰਨਾਂ 'ਤੇ ਜਦੋਂ ਮੱਥਾ ਟੇਕਿਆ ਨਾ, ਹੱਥਾਂ 'ਚ ਕੁਝ ਨਹੀਂ ਆਇਆ। ਜਿਵੇਂ ਅੱਜ ਕੱਲ੍ਹ ਦੇ ਜ਼ਮਾਨੇ ਤੁਸੀਂ TV ਦੇ ਉੱਤੇ ਫੋਟੋਆਂ ਦੇਖਦੇ ਹੋ, ਉਹ ਫੋਟੋਆਂ ਕੀ ਕਾਗਜ਼ ਬੋਲਦੇ ਨੇ, ਹੋਰ ਕੀ ਨੇ। ਮਾਫ ਕਰਨਾ, ਫਿਰ ਵੀ ਹੱਥਾਂ 'ਚ ਕੁਝ ਨਹੀਂ ਆਇਆ। ਸੰਗਤ ਸਿੰਘ ਰੌਲਾ ਪਾਤਾ, ਕਹਿੰਦਾ ਦਸਵੇਂ ਪਾਤਸ਼ਾਹ ਹੈ ਨਹੀਂ, ਮਹਾਰਾਜ ਤਾਂ ਗੁਰੂ ਗ੍ਰੰਥ ਸਾਹਿਬ 'ਚ ਪ੍ਰਵੇਸ਼ ਕਰ ਗਏ। ਉਧਰੋਂ ਜਿਹੜਾ ਤਬੇਲਿਆਂ ਦਾ ਸੇਵਾਦਾਰ ਸਿੱਖ ਸੀ, ਉਹ ਦੌੜਿਆ ਆਇਆ, ਆ ਕੇ ਸਿੱਖਾਂ ਨੂੰ ਕਹਿੰਦਾ ਦਸਵੇਂ ਪਾਤਸ਼ਾਹ ਦਾ ਨੀਲਾ ਉੱਥੇ ਨਹੀਂ ਹੈਗਾ। ਇੱਕ ਵਾਰੀ ਕਹਿ ਦੇ ਵੈਰੂ, ਉੱਥੇ ਗੁਰੂ ਗੋਬਿੰਦ ਸਿੰਘ ਦਾ ਨੀਲਾ ਨਹੀਂ ਹੈਗਾ। ਨੀਲਾ ਹਜ਼ੂਰ ਦੇ ਘੋੜੇ ਦਾ ਨਾਂ ਸੀ, ਨੀਲਾ ਨਹੀਂ ਹੈਗਾ। ਮੁੱਕਦੀ ਗੱਲ ਕੀ, ਸਿੱਖ ਤਾਂ ਮਾਰ ਮਾਰ ਕੇ ਰੋ ਰਿਹਾ ਸਨ। ਉੱਥੋਂ ਦਸਵੇਂ ਪਾਤਸ਼ਾਹ ਨੇ ਪਰਦਾ ਕੀਤਾ ਸੀ, ਉਹਦਾ ਅੰਗੀਠਾ ਸੀ, ਹਜ਼ੂਰ ਸਮੇਤ ਨੀਲੇ ਦੇ ਉਸ ਅੰਗੀਠੇ ਦੇ ਉੱਤੇ ਪ੍ਰਵੇਸ਼ ਕੀਤਾ ਮਹਾਰਾਜ। ਉਸ ਅੰਗੀਠੇ 'ਤੇ ਬੈਠੇ ਇੱਕ ਜਠਰਾ ਨਾਂ ਦੀ ਅਗਨ ਹੈ। ਅੱਜ ਜਿੰਨੇ ਸਾਡੇ ਇੱਥੇ ਬੈਠੇ ਨੇ, ਕਹਿੰਦੇ ਦਾ ਲੀਵਰ ਕਮਜ਼ੋਰ ਹੋ ਗਿਆ। ਉਹ ਲੀਵਰ ਇੰਨਾ ਗਰਮ ਹੈ ਨਾ, ਬਹੁਤਾ ਠੰਡਾ ਪਾਣੀ ਪੀਂਦੇ ਸਾਡੇ ਲੋਕ। ਇੱਕ ਵਾਰੀ ਕਹਿ ਦੇ ਬਹਿਰੂ, ਉਹ ਚਿੜ ਕਰਦਾ। ਡਾਕਟਰ ਕਹਿੰਦੇ ਕਿ ਇਹਨੂੰ ਜ਼ਿਆਦਾ ਪਾਣੀ ਕੋਸਾ ਕਰਕੇ ਪੀਣਾ ਚਾਹੀਦਾ। ਉਹ ਜਠਰਾ ਨਾਂ ਦੀ ਅਗਨ ਸਾਡੇ ਅੰਦਰ ਹੈ ਨਾ, ਮਹਾਰਾਜ ਨੇ ਉਸ ਜਠਰਾ ਨਾਂ ਦੀ ਅਗਨ ਨੂੰ ਪ੍ਰਵੇਸ਼ ਕਰਕੇ ਉਸ ਅੰਗੀਠੇ ਨੂੰ ਅਗਨ ਭੇਟ ਕੀਤਾ। ਸਿੱਖ ਤਾਂ ਮਾਰ ਹੁੰਦੇ ਸਨ। ਅੱਗੇ ਸਾਧ ਸੰਗਤ ਜੀ, ਜਿੱਥੇ ਅੱਜ ਕੱਲ੍ਹ ਮਾਫ ਕਰਨਾ ਗੁਰਦੁਆਰਾ ਰਤਨਗੜ੍ਹ ਬਣਿਆ, ਇੱਥੇ ਇੱਕ ਫਕੀਰ ਸੀ, ਮਹਾਰਾਜ ਦਰਸ਼ਨ ਕਰਨ ਵਾਸਤੇ ਆ ਰਿਹਾ ਸੀ। ਜਦੋਂ ਦਰਸ਼ਨ ਕਰਨ ਵਾਸਤੇ ਆ ਰਿਹਾ ਸੀ, ਇਹਨੂੰ ਦਸਵੇਂ ਪਾਤਸ਼ਾਹ ਨਾਲ ਨੀਲੇ ਦੇ ਸਵਾਰ ਮਿਲੇ। ਉਧਰ ਅੰਗੀਠਾ ਬਲ ਰਿਹਾ। ਇੱਕ ਵਾਰੀ ਕਹਿ ਦੇ ਫਿਰ, ਦਸਵੇਂ ਪਾਤਸ਼ਾਹ ਨੂੰ ਵੇਖ ਕੇ ਕਹਿੰਦਾ ਅੱਜ ਦਸਵੇਂ ਵਾਰ ਇਕੱਲੇ ਕਿੱਧਰ ਜਾ ਰਹੇ ਹੋ? ਅੱਜ ਪੰਜ ਪਿਆਰੇ ਕਿੱਥੇ ਨੇ, ਸਿੰਘ ਕਿੱਥੇ ਨੇ? ਮਹਾਰਾਜ ਨੇ ਆਖਿਆ ਰਤਨ ਰਾਏ, ਅਸੀਂ ਇਸ ਖੇਡ ਨੂੰ ਖਤਮ ਕਰਕੇ ਨਿਕਾਰ ਦੇ ਦੇਸ਼ ਨੂੰ ਜਾ ਰਹੇ ਹਾਂ। ਆਖਿਆ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਸੀ। ਗੁਰੂ ਸਾਹਿਬ ਕਹਿੰਦੇ ਹਾਂ, ਅੱਜ ਤੈਨੂੰ ਪ੍ਰਗਟ ਹੋ ਕੇ ਤੈਨੂੰ ਦਰਸ਼ਨ ਦਿੱਤੇ ਨੇ। ਰਤਨ ਰਾਏ ਨੂੰ ਗੁਰੂ ਗੋਬਿੰਦ ਸਿੰਘ ਨੇ ਪ੍ਰਸ਼ਾਦ ਦਿੱਤਾ। ਆਖਿਆ ਰਤਨ ਰਾਏ, ਇੱਕ ਕੰਮ ਕਰੀ, ਇਹ ਪ੍ਰਸ਼ਾਦ ਮੇਰੇ ਸਿੱਖਾਂ ਨੂੰ ਦੇਵੀਂ। ਨਾਲੇ ਇਹ ਗੱਲ ਕਹੀ,
मैनू गुरु साहब मिले ने, ਸਿੰਘੋ घबराया उन्हें मैं थोड़े अंग संग माफ करना। जो रतन राय पुजा उत्थे थे सख्त पाहा मारन पे, कूका मारन पे, कुरलाटां पैंदियां बीबियां भैणां सारे सिंह। मेरे तो झूठे जी हंजू ने, पर जिन्हों ने सीन अपने अखी वेख्या होगा उन्होंने बेचारियों का की हाल होएगा। रतन राय वेख के कहता तुसीं रो रहे हो, तुसीं रोक रहे हो। उन्हें क्या रतन राय ये फकीर से एक आख्या 10वें पातशाह सठ छकाने चले गए ने, सिखा कहना थोड़ी अकल टिकाने है कि नहीं, 10वें पातशाह तो मैनू राह च मिले ने, आ मैनू प्रशाद दिता मेरे सिखा देना। जदों सिखा प्रशाद दिता महाराज कहा जी साडा अंगीठा नहीं फोड़ना। वाहिगुरू सॉरी इस तक मैं बोल भी नहीं सकता। सिखा कहा जी साडा अंगीठा नहीं फोड़ना। जदों अंगीठा बोलिया सिखा ने काली काली नाल, जदों अंगीठा बोलिया उहदे विचों गुरु गोबिंद सिंह की छोटी छोटी श्री साहब निकली, जी महाराज अपने केसा च हमेशा रखते सन। आपने सचखंड के दर्शन किए होणगे ना, देखे ने किए ने, पर उत्थे शाम दे अरदास तो बाद जो गुरु ग्रंथ साहिब दे सुखासन हो जाते हैं, वो छोटी श्री साहब के दर्शन कराते हैं। ये श्री साहब है जी गुरु गोबिंद सिंह अपने केसा च हमेशा रखते सन। एक 10वें पातशाह के हाथ का कड़ा निकलिया, दो चीज़ां मिलियां। खालसे नूं यकीन हो गया कि वाकई गुरु साहब माफ़ करना सचखंड चले गए ने और समेत शरीर गए ने, खैर समा आग्ञा नहीं दिंदा। इदों अगे फिर विचार करांगे। 10वें पातशाह सचखंड जान तो बाद भी माफ़ करना पता नहीं किन्ने किन्ने कौतक किए। होइयां भुलां दी माफ़ी 1974 च ये शरीर मोदी कल पटियाले पढ़ता सी। मेरा प्रण सी 12:05 ते इशनान करना। सर्दी के दिनों च हैंड पंप से अजे टैंकियां नहीं आईयां। पापिया सिंघां दा घर सी, चौथी मंजिल के उत्ते ना नलका पानी पर भरना। दे मुकदी गल की गुरु की संग उत्थे इशनान करना। एक समय मेरे को मार्च अप्रैल के दिनों च मेरे कई यार दोस्त जोड़े एम ए कर रहे सी, मेरे को आए सन 5-7 जने बैठे रात को पढ़ रहे थे। जो 11:30 बजे दास उठ के इशनान करने वास्ते चला गया। कुदरती गल है, मुंड पुणा उम्र यहो जी होंदी है। मेरे को यार ज्ञानी कि अद्धी रात उठ के बह जाना कि तेन 10वें पातशाह दर्शन होंदे ने। मैं कहा यार गल्लां पुछण वालियां ने ते ना दस्सण वालियां ने। फिर कहंदे 10 होंदे दर्शन, बह जाना तू। 12 बजे तक साध संगत जी मैं इशनान करके बह गया। रात के 2 बजे का टाइम ना वो मेरा दोस्त उठ के उच्ची ताहा मार के रोन लग पिया। मैं क्या इनू की हो गया, कोई बीमार हो गया। ख्याल गुरु की संगत नाल दे मुंडिया पूछा की गल। जब मैं सोचा कोई तकलीफ होनी, मैनू समाधि छड्ड के उठना पिया। मैं क्या की गल है? कहता बाबा जी कहना ज्ञानी जी मैनू मैं तुहाडे कोल बड़ी माफ़ी मंगदा, इस गल की माफ़ी मंगदा, मैं बड़ा शर्मसार हाँ। कहता महाराज अज मैनू ज्ञानी जी कहता गुरु गोबिंद सिंह दे दर्शन होए ने। कहता महाराज नीले ते सवार हो के एकदम शिव दे वालों ना चढ़दे वाल नूं जा रहे ने, ते मेरे कोल ना मारे घोड़े रोक के मैनू कहते अन्या जे उन्होंने दर्शन नहीं होंदे तो एवें थोड़ा बैठा हो।
उदों जूं लगा रोन हुण तो उसकी डैथ हो गई। पर सत्संग जी मैं हमेशा ही जो मत्था टेकदा नमस्कार करदा अपने पिता परमेश्वर गुरु ग्रंथ साहब के अगे, मैं कोई गल कहना, मेरी दुनिया मेरा संसार तेरे नाल बसदा है। हे गरीब नूं आए बापू सिर ते डाल दे, सिर ते मेरे पर हत्थ रखो, किरपा करो मेरे हिरदे च वसो, मैं तुहाडे वचनां मुताबिक चल सकां। खैर गुरु की संगत बड़ा कोई देखिया जिंदगी, बड़ा कोई देखांगे भी। जदों पिछले समय दे विच कित्थे तक लोकां डौड़ी पिट दित्ती, मुहब्बत की झूठी कहानी पे रोए, बड़ी मार खाई नदानी पे रोए। मैनू कईयां ने कुछ किसी ने कुछ किया, मैं कहा नहीं यार ये तो इम्तिहान ने जिंदगी दे। साध संगत जी मैनू कहते बाबा जी, मैं कहा मैं तो कुछ नहीं कहता, पर मैं इन्ना जरूर कह सकदा कि जिन्हां ने रब दे बदोशे बंदे ते इन्ना कहर गुजारिया, एक दिन उन्हां दे घरां दे जग दे दीवे बुझ जाणगे। किवें तड़फ तड़फ के मरदे ने पे, कई आउंदे ने कई जांदे ने। साडे भाई मनी सिंह होरी भी जाणदे ने। असीं वेखदे हां जदों तड़फ तड़फ के मरदे, लोकां नूं पता नहीं है जिहड़ी रब दी डांग दा खड़ाक नहीं, रब दी मार दे अगे ना कोई खड़ नहीं सकता। सो सत्संग जी मैं तुहानूं बेनती करदा, दसवें पातशाह किते नहीं गए, किते नहीं गए। दसवें पातशाह अज भी हाज़र नाज़र ने। सो सत्संग जी साडे कोल वेखण वालियां अक्खां ने, मैं बेनती करदा सारियां मावां भैणों, आड़े थोड़े छोटे छोटे बच्चे ने ना, लंगर दे विच बहुता नहीं 15-20 मिनट ना सेवा करिया करो। तो इन्हां बच्चों नूं ना लंगर च बजाए कि रौला पाउण, इन्हां को बेटा आ गिलास चक्को, आ पानी पाओ गिलासां च, आ भांडे मांजो, तां कि तुहाडे बच्चे आउण वाले समय विच सिक्खी दे राह ते चल सकन ते गुरसिख बन सकन। साध संगत जी इन्ने शब्द प्रवान होइयां भुलां दी माफ़ी। साध संगत जी ला लो जिंदगी जी लगती है, समा तो निकलता जा रहा। वाहिगुरू जी का खालसा वाहिगुरू जी की फतेह।